ਸਭ ਤੋਂ ਪਹਿਲਾਂ ਜਿੰਨੇ ਵੀ ਸਾਡੇ ਵੀਰ, ਸਾਡੇ ਬਜ਼ੁਰਗ, ਸਾਡੀਆਂ ਮਾਤਾਵਾਂ, ਸਾਡੀਆਂ ਭੈਣਾਂ, ਸਾਡੇ ਭਰਾ ਛੋਟੇ ਵੱਡੇ, ਜਿੰਨੇ ਕਿਸਾਨੀ ਅੰਦੋਲਨ 'ਚ ਉੱਥੇ ਬੈਠੇ ਆ ਜੀ, ਦਿਲੋਂ 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 ਥੈਂਕਸ ਆ ਉਹਨਾਂ ਦਾ। ਕਿਉਂਕਿ ਕਿਤੇ ਨਾ ਕਿਤੇ ਸਾਡੇ ਪੰਜਾਬ ਨੂੰ ਜਗਾਉਣ 'ਚ ਸਾਡੇ ਬਜ਼ੁਰਗਾਂ ਦਾ ਬਹੁਤ ਵੱਡਾ ਹੱਥ ਹੈ ਜੀ। ਜੇ ਉਹ ਅੰਦੋਲਨ ਸ਼ੁਰੂ ਨਾ ਹੁੰਦਾ, ਅਸੀਂ ਕਿਤੇ ਨਹੀਂ ਆਪਦੇ ਹੱਕਾਂ ਲਈ ਇਦਾਂ ਲੜਿਆ ਕਰਨਾ ਸੀ, ਆਪਦੇ ਹੱਕਾਂ ਲਈ ਕਿਤੇ ਨਹੀਂ ਸਾਡੇ ਤੋਂ ਬੋਲਿਆ ਜਾਣਾ ਸੀਗਾ। ਅੱਜ ਜੇ ਪੰਜਾਬ 'ਚ ਜਾਂ ਕਿਤੇ ਵੀ ਕਿਸੇ ਨੂੰ ਵੀ ਲੋੜ ਪੈਂਦੀ ਹੈ ਤਾਂ ਸਾਰਾ ਪੰਜਾਬ ਜਦੋਂ ਆਏ ਆ ਕੇ ਖੜ ਜਾਂਦਾ, ਸਾਡੇ ਲਈ ਮਾਣ ਵਾਲੀ ਗੱਲ ਹੈ। ਤਾਂ ਸਾਰੇ ਤੁਹਾਡੇ ਮੈਸੇਜਸ ਆ ਰਹੇ ਇੰਨੇ ਸਾਰੇ, ਲਵ ਯੂ। ਮੈਂ ਇੱਧਰ ਦੇਖਦਾ ਤੁਹਾਡੇ ਮੈਸੇਜ, ਕਿਆ ਬਾਤ ਹੈ ਵਿਦ ਯੂ ਸਰ, ਥੈਂਕ ਯੂ ਵੀਰੇ, ਥੈਂਕ ਯੂ, ਲਵ ਯੂ ਥੈਂਕ ਯੂ। ਇੰਨੇ ਸਾਰੇ ਮੈਸੇਜ ਆ ਰਹੇ ਆ ਤੁਹਾਡੇ। ਤਾਂ ਸਭ ਤੋਂ ਪਹਿਲਾਂ ਠੀਕ ਹੈ ਜੀ, ਮੈਂ ਇੰਨੇ ਤੁਹਾਡੇ ਫਿਕਰ ਕਰਨ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਮੈਂ ਠੀਕ ਹਾਂ, ਬਿਲਕੁਲ ਠੀਕ ਹੈ। ਤੇ ਕਿਆ ਬਾਤ ਹੈ, ਲਵ ਯੂ। ਹੁਣ ਗੱਲ ਕਰਦੇ ਹਾਂ ਆਪਾਂ ਸਭ ਤੋਂ ਪਹਿਲਾਂ ਥੈਂਕ ਯੂ ਜੀ, ਥੈਂਕ ਯੂ, ਲਵ ਯੂ। ਮੈਂ ਮੈਸੇਜ ਤੁਹਾਡੇ ਤਾਂ ਨਹੀਂ ਪੜ੍ਹ ਪਾ ਰਿਹਾ, ਮੈਨੂੰ ਐਂ ਕਿ ਮੈਂ ਗੱਲ ਕਰਾਂ, ਤੇ ਬਾਕੀ ਮੈਂ ਮੈਸੇਜ ਦੇਖ ਰਿਹਾ ਤੁਹਾਡੇ ਸਾਰਿਆਂ ਦੇ ਪੜ੍ਹੂੰਗਾ, ਮੈਂ ਸਾਰਿਆਂ ਦੇ। ਸਭ ਤੋਂ ਪਹਿਲਾਂ ਤਾਂ ਜੀ ਉੱਥੇ ਜਿਹੜਾ ਸਾਡਾ ਇੱਕ ਇੰਨਾ ਵੱਡਾ ਅੰਦੋਲਨ ਚੱਲੀ ਜਾਂਦਾ ਹੈਗਾ ਕਿਸਾਨੀ ਦਾ, ਤਾਂ ਉੱਥੇ ਸਾਨੂੰ ਹੁਣ ਪੀਕ 'ਤੇ ਆ, ਸਾਨੂੰ ਉੱਥੇ ਖੜਨਾ ਚਾਹੀਦਾ ਹੈਗਾ ਹਰ ਹਾਲ। ਜਿੱਥੇ ਜੋ ਲੋੜ ਹੈ ਸਾਨੂੰ ਸਾਰੇ ਪੰਜਾਬ ਨੂੰ ਇੱਕਾ ਕਰਕੇ ਖੜਨਾ ਚਾਹੀਦਾ ਹੈਗਾ। ਜੰਗ ਸੱਚੀ ਬਹੁਤ ਵੱਡੀ ਹੈ, ਜੰਗ ਇੰਨੀ ਕੁ ਵੱਡੀ ਹੈਗੀ ਆ ਕਿ ਉਹਦੇ ਲਈ ਸਾਨੂੰ ਬਹੁਤ ਤਿਆਰੀਆਂ ਦੀ ਲੋੜ ਹੈ। ਸਾਹਮਣੇ ਵਾਲੇ ਲੋਕ ਪਾਰਟੀਬਾਜੀ ਸਿਸਟਮ, ਜੋ ਉਹਨਾਂ ਸਰਕਾਰਾਂ ਹੈਗੀਆਂ, ਬਹੁਤ ਉਹਨਾਂ ਦਾ ਐਡਾ ਤਕੜਾ ਸਿਸਟਮ ਹੈਗਾ ਕਿ ਪਤਾ ਨਹੀਂ ਕਿੱਥੋਂ ਕੀ ਕਰ ਦੇਣਾ। ਪਰ ਸਾਡੇ ਵੀਰ ਭਰਾ ਇੰਨੇ ਜੋ ਵੀ ਬੈਠੇ ਹੈਗੇ ਆ, ਤਾਂ ਉਹ ਕਿਤੇ ਨਾ ਕਿਤੇ ਮੈਂ ਕਈ ਵਾਰੀ ਹੈਰਾਨ ਹੋ ਜਾਂਦਾ ਕਿ ਇੱਕ ਬਾਬੇ ਨਾਨਕ ਦੀ ਕਿਰਪਾ ਹੀ ਹੈਗੀ ਕਿ ਇੰਨਾ ਸਿਸਟਮ ਸਾਹਮਣੇ ਬੈਠੇ ਆ। ਬਹੁਤ ਵੱਡਾ ਅੰਦੋਲਨ ਹੈ ਜੀ। ਅੰਦੋਲਨ ਇਕੱਲੇ ਪੰਜਾਬ ਦਾ ਹੀ ਨਹੀਂ ਰਿਹਾ, ਸਾਰੇ ਸਾਡੇ ਮੁਲਕ ਦਾ। ਤਾਂ ਰਹੀ ਗੱਲ ਅੰਦਰ ਵੀ ਬਹੁਤ, ਮੈਂ ਜਿੰਨੇ ਦਿਨ ਕੱਲ ਬਾਹਰ ਆਇਆ ਸ਼ਾਇਦ ਮੈਂ, ਕਿ ਜਿੰਨੇ ਦਿਨ ਅੰਦਰ ਵੀ ਸੀਗਾ ਮੈਂ, ਤਾਂ ਮੈਨੂੰ ਉਸ 'ਚ ਵੀ ਇੰਨਾ ਪਿਆਰ ਕੀਤਾ ਸਾਰਿਆਂ ਨੇ। ਕਿਉਂਕਿ ਜਦੋਂ ਮੈਂ ਜੇਲ੍ਹ 'ਚ ਵੀ ਸੀਗਾ ਤਾਂ ਉਹ ਵੀ ਸਾਰੇ ਕਿਸਾਨਾਂ ਦੇ ਪੁੱਤ ਹੀ ਹੈਗੇ। ਤਾਂ ਤੁਹਾਡੇ ਲਈ ਉਹ ਵੀ ਦੁਆਵਾਂ ਕਰ ਰਹੇ ਸਾਰੇ ਅੰਦਰ ਬੈਠੇ। ਜਦੋਂ ਅੰਦਰ TV ਚੱਲਦਾ ਹੈਗਾ ਕਿਤੇ, ਜਦੋਂ ਸਾਡੇ ਵੀਰ ਭਰਾ ਉੱਥੇ ਆ ਕੇ ਹਿੱਕ ਠੋਕ ਕੇ ਕਹਿੰਦੇ ਕਿ ਜਿੱਤ ਕੇ ਮੁੜਾਂਗੇ, ਤੇ ਇੱਦਾਂ ਮੁੜਨ ਵਾਲੇ ਨਹੀਂ ਅਸੀਂ, ਤਾਂ ਅੰਦਰ ਜੇਲ੍ਹਾਂ 'ਚ ਵੀ ਸੀਟੀਆਂ ਵੱਜਦੀਆਂ ਤੁਹਾਡੇ ਲਈ, ਇੰਨਾ ਪਿਆਰ ਹੈ। ਕਿਤੇ ਨਾ ਕਿਤੇ ਉਹ ਵੀ ਵਿਚਾਰੇ ਅਰਦਾਸਾਂ ਕਰੀ ਜਾਂਦੇ ਅੰਦਰ ਬੈਠੇ, ਜੇਲ੍ਹਾਂ 'ਚ ਵੀ ਤੁਹਾਡੇ ਲਈ ਅਰਦਾਸਾਂ ਹੋ ਰਹੀਆਂ ਜੀ ਕਿ ਤੁਸੀਂ ਜਿੱਤ ਕੇ ਆਓ। ਤੇ ਐਡੇ ਵੱਡੇ ਅੰਦੋਲਨ 'ਚ ਤਾਂ ਮੈਂ 4 ਤਰੀਕ ਤੱਕ ਜਿੱਥੋਂ ਤਾਈਂ ਦੇਖਿਆ ਸੀਗਾ, ਆਈ ਥਿੰਕ 50 ਦੇ ਕਰੀਬ ਸਾਡੇ ਯੋਧੇ ਕਹੂੰਗਾ ਮੈਂ, ਸਾਡੇ ਇਸ ਜੰਗ 'ਚ ਲੜ ਰਹੇ ਯੋਧੇ ਸ਼ਹੀਦ ਹੋ ਚੁੱਕੇ ਸੀ। ਤਾਂ ਬਹੁਤ ਦੁੱਖ ਦੀ ਗੱਲ ਹੈ। ਪਹਿਲਾਂ ਤਾਂ ਸਾਰਿਆਂ ਲਈ ਬੜੀ, ਉਹਨਾਂ ਲਈ ਮੈਨੂੰ ਸੱਚੀ ਦੁੱਖ ਦੀ ਗੱਲ ਹੈਗੀ ਹੈ। ਤੇ ਬਾਬਾ ਜੀ ਉਹਨਾਂ ਨੂੰ ਆਪਣੇ ਚਰਨਾਂ 'ਚ ਥਾਂ ਦੇਣ, ਤੇ ਉਹਨਾਂ ਦੇ ਪਰਿਵਾਰਾਂ ਨੂੰ ਇਹ ਦੁੱਖ ਦੀ ਘੜੀ ਨੂੰ ਕੱਟਣ ਦਾ ਥੋੜ੍ਹਾ ਬਲ ਬਖਸ਼ਣ। ਕਿਉਂਕਿ ਪਰ ਉਹਨਾਂ ਦੀਆਂ ਕੁਰਬਾਨੀਆਂ ਆਈ ਨਹੀਂ ਜਾਣਗੀਆਂ। ਅਸੀਂ ਜਿੱਤ ਕੇ ਆਉਣਾ ਜੀ, ਬਿਲਕੁਲ ਜਿੱਤ ਕੇ ਆਵਾਂਗੇ। ਤਾਂ ਸੋ ਇੱਕ ਤਾਂ ਹੱਥ ਜੋੜ ਕੇ ਮੇਰੀ ਕਿਸਾਨੀ ਜਥੇਬੰਦੀਆਂ ਨੂੰ ਜਾਂ ਹੋਰ ਆਗੂਆਂ ਨੂੰ, ਜਾਂ ਜੋ ਵੀਰ ਭਰਾ ਉੱਥੋਂ ਵੀ ਹੈਗੇ ਆ, ਤਾਂ ਉਹਨਾਂ ਨੂੰ ਮੇਰੀ ਰਿਕੁਐਸਟ ਹੈਗੀ ਇੱਕ ਕਿ ਜਿੱਥੇ ਹੋ ਸਕਦਾ, ਜਿੰਨੇ ਵੀ ਵੀਰ ਸ਼ਹੀਦ ਹੋਏ ਆ, ਜੋ ਵੀ ਸਾਡੇ ਬਜ਼ੁਰਗ, ਉਹਨਾਂ ਦੇ ਪਰਿਵਾਰਾਂ ਨੂੰ ਜਿਹੜੀ ਚੀਜ਼ ਦੀ ਜਿੱਥੇ ਲੋੜ ਹੈ, ਜਿੱਥੇ ਵੀ ਲੋੜ ਹੈ, ਸਾਡੀ
ਜ਼ਿੰਮੇਵਾਰੀ ਲਾਓ ਜੀ, ਸਾਨੂੰ ਦੱਸਿਆ ਜਾਵੇ ਕਿ ਤੁਸੀਂ ਇੱਥੇ ਇੱਥੇ ਖੜਨਾ ਹੈ, ਕਿਉਂਕਿ ਸਾਰਾ ਕੁਝ ਤੁਹਾਡਾ ਹੈ। ਇੱਕ ਮਾਣ ਮਹਿਸੂਸ ਹੁੰਦਾ ਜਦੋਂ ਇੱਕ ਪੰਜਾਬ ਜਦੋਂ ਐਡੀ ਵੱਡੀ ਜੰਗ ਲੜ ਰਿਹਾ ਹੈਗਾ, ਤਾਂ ਕਿਤੇ ਨਾ ਕਿਤੇ ਜੋ ਕੁਝ ਵੀ ਹੈਗਾ ਸਾਡਾ ਸਭ ਕੁਝ ਤੁਹਾਡਾ ਹੈਗਾ। ਇਸ ਟਾਈਮ ਸਾਨੂੰ ਨਫੇ ਨੁਕਸਾਨ ਕੁਝ ਨਹੀਂ ਦੇਖਣੇ, ਘਾਟਾ ਵਾਧਾ ਕੁਝ ਨਹੀਂ। ਇਹ ਜੰਗ ਜਿੱਤਣੀ ਹੈ ਪਹਿਲਾਂ। ਤਾਂ ਜੇ ਇੱਕ ਗੱਲ ਹੋਰ ਹੈ, ਜੇ ਇਹ ਜੰਗ ਹਾਰ ਗਏ ਅਸੀਂ ਜ਼ਿੰਦਗੀ ਭਰ ਨਹੀਂ ਉੱਠ ਸਕਾਂਗੇ। ਬੜਾ ਕਿਤੇ ਨਾ ਕਿਤੇ ਉਹਨਾਂ ਦਾ ਚੱਲ ਰਿਹਾ ਸਿਸਟਮ ਕਿ ਇੱਕ ਵਾਰੀ ਅਸੀਂ ਉੱਥੋਂ ਦਿੱਲੀੋਂ ਉੱਠ ਕੇ ਇੱਕ ਵਾਰੀ ਪਿੰਡਾਂ ਨੂੰ ਵਾਪਸ ਆ ਜਾਈਏ ਤਾਂ ਮੁੜ ਉਹ ਜਿਹਾ ਸਬੱਬ ਕਈ ਵਾਰੀ ਨਹੀਂ ਬਣਦੇ, ਉਹ ਜਿਹਾ ਜੋਸ਼ ਕਈ ਵਾਰੀ ਨਹੀਂ ਬਣਦਾ। ਤਾਂ ਅਸੀਂ ਹੁਣ ਜੇ ਬੈਠੇ ਹਾਂ ਉੱਥੇ, ਅਸੀਂ ਇੱਦਾਂ ਮੁੜਨਾ ਨਹੀਂ ਗਾ। ਸੋ ਪਹਿਲੀ ਮੇਰੀ ਹੈਗੀ ਹੈ ਕਿ ਜਿੰਨੇ ਵੀ ਸ਼ਹੀਦ ਹੋਏ ਆ ਸਾਡੇ ਵੀਰ ਭਰਾ ਬਜ਼ੁਰਗ ਜੋ ਵੀ, ਤਾਂ ਉਹਨਾਂ ਲਈ ਜਿੱਥੇ ਅਸੀਂ ਖੜ ਸਕਦੇ ਹਾਂ ਸਾਡੀ ਜ਼ਿੰਮੇਵਾਰੀ ਲਈ ਜਾਵੇ, ਅਤੇ ਹਰ ਥਾਂ 'ਤੇ ਖੜਨ ਲਈ ਤਿਆਰ ਹਾਂ ਜੀ। ਹੁਣ ਦੂਜੀ ਗੱਲ ਜਿਹੜੀ ਅੰਦਰ ਦੀ ਵੀ ਪੁੱਛ ਰਹੇ ਹੋ ਤੁਸੀਂ ਕਿ ਅੰਦਰ ਸਭ ਕੁਝ ਠੀਕ ਸੀਗਾ ਜੀ। ਜੇ ਅੰਦਰ ਵੀ ਗਏ ਆ ਤਾਂ ਉਹਨਾਂ ਨੇ ਰਿਸਪੈਕਟ ਕੀਤੀ ਹੈ, ਕਿਉਂਕਿ ਸਾਡੀ ਜੇ ਪੁਲਿਸ ਵੀ ਹੈਗੀ ਆ, ਪੁਲਿਸ ਦੇ ਮੁਲਾਜ਼ਮ ਵੀ ਕਿਸਾਨਾਂ ਦੇ ਪੁੱਤ ਹੈ, ਜਿਹੜੇ ਜੇਲ੍ਹਾਂ 'ਚ ਬੈਠੇ ਵਿਚਾਰੇ ਉਹ ਵੀ ਕਿਸਾਨਾਂ ਦੇ ਪੁੱਤ ਹੈ। ਤਾਂ ਉਹਨਾਂ ਨੇ ਰਿਸਪੈਕਟ ਕੀਤੀ। ਇਹ ਰਿਸਪੈਕਟ ਵੀ ਤੁਹਾਡੇ ਕਰਕੇ। ਸੰਗਰੂਰ ਜੇਲ੍ਹ ਦੇ ਵਿੱਚ ਇੱਕ ਜੇਲ੍ਹ ਲਈ ਵੀ ਮੈਂ ਸੋਚਿਆ ਸੀਗਾ, ਉੱਥੇ ਵੀ ਗੱਲ ਕਰੀ ਸੀਗੀ, ਤਾਂ ਮੈਂ ਉਹ ਵੀ ਗੱਲ ਤੁਹਾਡੇ ਸਾਹਮਣੇ ਰੱਖਦਾ। ਸੰਗਰੂਰ ਜੇਲ੍ਹ ਦੇ ਬਾਰੇ, ਸੰਗਰੂਰ ਜੇਲ੍ਹ ਦੇ ਵਿੱਚ ਬਾਕੀ ਸਾਰਾ ਕੁਝ ਠੀਕ ਸੀ। ਇੱਕ ਵਿਚਾਰੇ ਜਿਹੜੇ ਖਾਣਾ ਬਣਾਉਂਦੇ ਹੈਗੇ ਆ, ਉਹਨਾਂ ਲਈ ਮੈਨੂੰ ਥੋੜ੍ਹਾ ਜਿਹਾ ਲੱਗਿਆ ਕਿ ਕੁਛ ਇੱਦਾਂ ਦਾ ਹੋਵੇ ਕਿ ਉਸ ਥੋੜ੍ਹਾ ਜਿਹਾ ਉਹਨਾਂ ਨੂੰ ਸੌਖਾ ਹੋ ਜੇ ਖਾਣਾ ਬਣਾਉਣਾ, ਰੋਟੀਆਂ ਬਣਾਉਣੀਆਂ, ਕਿਉਂਕਿ ਸਿਆਲ ਦੇ ਦਿਨ ਹੈਗੇ ਆ। ਤਾਂ ਉਹਨਾਂ ਲਈ ਇੱਕ ਕੁਛ ਇੱਦਾਂ ਦਾ ਸੋਚ ਰਿਹਾ ਜੀ ਮੈਂ, ਕਿਉਂਕਿ ਮੈਨੂੰ ਉਸ ਚੀਜ਼ ਬਾਰੇ ਜ਼ਿਆਦਾ ਪਤਾ ਨਹੀਂ। ਕਮੈਂਟਾਂ 'ਚ ਵੀ ਤੁਸੀਂ ਦੱਸਿਓ ਇੱਕ ਜਿਹੜਾ ਕੁਛ ਇੱਦਾਂ ਦਾ ਕਿ ਰੋਟੀਆਂ ਬਣਾਉਣ ਵਾਲੀ ਮਸ਼ੀਨ ਜੋ ਵੀ ਆਉਂਦੀ ਹੈਗੀ, ਜਿਹੜੀ ਉਹਨਾਂ ਨੂੰ ਸੁੱਖ ਹੋਵੇ ਕਿ ਅੰਦਰ ਬੈਠਿਆਂ ਨੂੰ, ਕਿਉਂਕਿ ਜੇਲ੍ਹਾਂ 'ਚ ਵੀ ਜਿਹੜੇ ਵਿਚਾਰੇ ਬੈਠੇ ਆ, ਚੰਗਾ ਮਾੜਾ ਕਈ ਵਾਰੀ ਕੋਈ ਵੀ ਬੰਦਾ ਮਾੜਾ ਨਹੀਂ ਹੁੰਦਾ, ਹਾਲਾਤ ਇੱਦਾਂ ਦੇ ਹੁੰਦੇ ਆ, ਉਹ ਤੋਂ ਕਈ ਵਾਰੀ ਚੰਗਾ ਮਾੜਾ ਹੋ ਜਾਂਦਾ। ਜੇ ਉਹ ਅੰਦਰ ਬੈਠੇ ਆ ਤਾਂ ਉਹ ਵੀ ਕੋਈ ਬੁਰੇ ਲੋਕ ਨਹੀਂ ਗੇ। ਤਾਂ ਉਹਨਾਂ ਲਈ ਮੈਂ ਉੱਥੋਂ ਦਾ ਪ੍ਰਸ਼ਾਸਨ ਨੂੰ ਵੀ ਇਹ ਕਹਿਣਾ ਕਿ ਜਿੱਥੇ ਮੈਂ ਉੱਥੇ ਵੀ ਕਹਿ ਕੇ ਆਇਆ, ਜੇਲ੍ਹ ਦੇ ਵਿੱਚ ਜਿੱਥੇ ਲੋੜ ਹੈ, ਜਿਹੜੀ ਚੀਜ਼ ਦੀ ਲੋੜ ਹੈਗੀ ਹੈ ਸਾਡੀ ਉੱਥੇ ਵੀ ਸਾਨੂੰ ਦੱਸਿਆ ਜਾਵੇ। ਜੋ ਅਸੀਂ ਕਰ ਸਕਦੇ ਹਾਂ ਅਸੀਂ ਉਹਨਾਂ ਲਈ ਵੀ ਕਰਾਂਗੇ। ਉੱਥੇ ਇੱਕ ਰੋਟੀਆਂ ਬਣਾਉਣ ਵਾਲੀ ਮਸ਼ੀਨ ਦੀ ਮੈਨੂੰ ਲੱਗਿਆ ਖੁਦ ਨੂੰ ਕਿ ਲੋੜ ਹੈਗੀ ਆ, ਅਤੇ ਉਹ ਪ੍ਰਸ਼ਾਸਨ ਨਾਲ ਗੱਲ ਕਰਕੇ, ਕਿਉਂਕਿ ਜੇਲ੍ਹ ਦਾ ਕੰਮ ਹੈਗਾ, ਉਹਨਾਂ ਨਾਲ ਗੱਲ ਕਰਕੇ ਛੇਤੀ ਜਿਵੇਂ ਠੀਕ ਲੱਗਿਆ ਉਹਨਾਂ ਨੂੰ ਇੱਕ ਮਸ਼ੀਨ, ਮੈਂ ਕੁਛ ਨਾ ਕੁਛ ਮੇਰਾ ਪਿਆਰ ਹੈ ਉਹਨਾਂ ਲਈ, ਸਾਰਿਆਂ ਲਈ, ਉਹ ਜ਼ਰੂਰ ਭੇਜ ਰਿਹਾ ਮੈਂ। ਅਤੇ ਇੱਕ ਜੇਲ੍ਹ ਤੋਂ ਯਾਦ ਆਇਆ ਮੈਨੂੰ, ਜਦੋਂ ਮੈਂ ਅੰਦਰ ਸੀਗਾ ਤਾਂ ਇੱਕ ਪੁਲਿਸ ਮੁਲਾਜ਼ਮ ਨੂੰ ਫੋਨ ਆਉਂਦਾ ਹੈਗਾ ਘਰੋਂ, ਅਤੇ ਉਹਦਾ ਵੀਰ ਦਾ ਮੁੰਡਾ ਗੱਲ ਕਰ ਰਿਹਾ ਹੈਗਾ ਅੱਗੋਂ। ਤਾਂ ਉਹ ਫੋਨ 'ਤੇ ਗੱਲ ਕਰਦੇ ਹੋਏ ਵੀਰ ਕਹਿ ਰਿਹਾ, ਜੋ ਮੁੰਡਾ ਸੀ ਉਹਨਾਂ ਦਾ ਕਹਿ ਰਿਹਾ ਕਿ ਮੈਨੂੰ ਫੋਨ ਚਾਹੀਦਾ, ਆਈਫੋਨ ਚਾਹੀਦਾ। ਤਾਂ ਜੋ ਪੁਲਿਸ ਮੁਲਾਜ਼ਮ ਸੀ ਵਿਚਾਰਾ, ਉਹ ਕਹਿੰਦਾ ਕਿ ਦੇਖ ਪੁੱਤ, ਵੀ ਮੇਰੀ ਇੰਨੀ ਤਨਖਾਹ ਨਹੀਂ ਆਉਂਦੀ ਕਿ ਵੀ ਮੈਂ ਐਡਾ ਮਹਿੰਗਾ ਫੋਨ ਲੈ ਸਕਾਂ ਤੇਰੇ ਲਈ। ਮੇਰਾ ਦਿਲ ਕਰ ਰਿਹਾ ਕਿ ਮੈਂ ਤੈਨੂੰ ਫੋਨ ਲੈ ਕੇ ਦੇਵਾਂ, ਪਰ ਔਖਾ ਮੇਰੇ ਲਈ। ਅਤੇ ਕਹਿੰਦਾ ਮੇਰੇ ਤੋਂ ਨਹੀਂ ਲੈ ਕੇ ਦਿੱਤਾ ਜਾਣਾ, ਕੁਛ ਟਾਈਮ ਰੁਕ ਜਾ, ਇੱਦਾਂ। ਤਾਂ ਇੱਕ ਪਿਆਰ ਵੀ ਸੀ, ਅਤੇ ਬਟ ਮੈਨੂੰ ਉਹਦੀ ਇਮਾਨਦਾਰੀ 'ਤੇ ਇੰਨਾ ਦਿਲੋਂ ਪਿਆਰ ਆਇਆ, ਉਸ ਮੁਲਾਜ਼ਮ ਦੀ, ਉਸ ਪੁਲਿਸ ਵਾਲੇ ਮੁਲਾਜ਼ਮ ਦੀ ਇਮਾਨਦਾਰੀ 'ਤੇ ਇੰਨਾ ਪਿਆਰ ਆਇਆ। ਤਾਂ ਮੈਂ ਉਦੋਂ ਵੀ ਇਹ ਗੱਲ ਮੈਂ ਭੁੱਲ ਗਿਆ ਉੱਥੇ ਕਰਨੀ, ਮੈਂ ਹੋਰ ਵੀਰ ਨੂੰ ਕਿਹਾ ਸੀਗਾ, ਪਰ ਮੈਂ ਜਿਸ ਫੋਨ ਤੋਂ ਮੈਂ ਲਾਈਵ ਹੁਣ ਵੀ ਹੈਗਾ, ਇਹ ਮੇਰੀ 2-3 ਮਹੀਨੇ ਪਹਿਲਾਂ ਹੀ ਲਿਆ ਮੈਂ ਫੋਨ, ਅਤੇ ਮੇਰੀ ਜਿਹੜੀ ਕਮਾਈ ਸੀ ਉਹਦਾ ਪਹਿਲਾ ਫੋਨ ਸੀਗਾ ਇਹ। ਉਸ ਤੋਂ ਪਹਿਲਾਂ ਮੈਂ ਕੋਈ ਚੀਜ਼ ਜਿਹੜੀ ਲਈ ਉਹ ਇਹ ਫੋਨ ਹੈ ਉਸ ਕਮਾਈ ਤੋਂ। ਅਤੇ ਮੈਨੂੰ ਇਹ ਫੀਲ ਹੋਇਆ ਕਿ ਇਸ ਫੋਨ ਦੀ ਮੇਰੇ ਤੋਂ ਜ਼ਿਆਦਾ ਲੋੜ ਉੱਥੇ ਆ। ਤਾਂ ਮੈਂ ਰਿਸਪੈਕਟ ਨਾਲ ਇਹ ਫੋਨ ਉਹ ਵੀਰ ਨੂੰ ਵੀ ਗਿਫਟ ਲਈ ਭੇਜ ਰਿਹਾ ਮੈਂ। ਜੋ ਵੀ ਉਹ ਪੁਲਿਸ ਮੁਲਾਜ਼ਮ ਵੀ ਵੀਰ ਜੇ ਮੈਨੂੰ ਦੇਖ ਰਿਹਾ ਹੋਊਗਾ
ਤਾਂ ਜ਼ਰੂਰ ਮੇਰੇ ਨੰਬਰਾਂ 'ਤੇ ਕੰਟੈਕਟ ਕਰੇ। ਨਹੀਂ ਮੈਂ ਤੁਹਾਡੇ ਥਾਣੇ 'ਚ ਭੇਜ ਰਿਹਾ ਜੀ, ਪਟਿਆਲੇ CIA 'ਚ ਸੀ ਮੈਂ, CIA ਥਾਣੇ 'ਚ, CIA ਸਟਾਫ ਦੇ ਵਿੱਚ ਵੀਰ ਭਰਾ ਹੈਗਾ ਮੇਰਾ, ਉਹ ਟਾਈਪ ਜੋ ਕਰਦਾ ਹੈਗਾ। ਤੇ ਬਹੁਤ ਮਿਹਨਤੀ ਹੈ ਵੀਰੇ, ਤੁਸੀਂ ਸਾਰੇ ਤੁਸੀਂ ਬਹੁਤ ਮਿਹਨਤੀ ਹੈ। ਤੁਸੀਂ ਇੰਨਾ ਪਿਆਰ ਦਿੱਤਾ ਸਾਰਿਆਂ ਨੇ ਮੈਨੂੰ, ਇੰਨੀ ਰਿਸਪੈਕਟ ਦਿੱਤੀ, ਤਾਂ ਲਵ ਯੂ। ਤੇ ਉਹ ਮੈਂ ਇਹ ਤੋਹਫਾ ਭੇਜ ਰਿਹਾ ਜੀ ਮੈਂ, ਇਹ ਮੇਰੇ ਛੋਟੇ ਭਰਾ ਲਈ ਜੋ ਫੋਨ ਮੰਗ ਰਿਹਾ ਸੀਗਾ। ਦਿਲੋਂ ਪਿਆਰ ਹੈ। ਤੇ ਮੇਰੇ ਵੀਰ ਇੱਕ ਰਿਸਪੈਕਟ, ਤੁਹਾਡੇ ਫਾਦਰ ਸਾਹਿਬ ਬਹੁਤ ਬਹੁਤ ਮਿਹਨਤੀ ਤੇ ਇਮਾਨਦਾਰ ਬੰਦੇ ਹੈਗੇ ਆ। ਤੇ ਸਾਨੂੰ ਸਾਡੇ ਪੰਜਾਬ ਨੂੰ ਸੱਚੀ ਇੱਦਾਂ ਦੇ ਇਮਾਨਦਾਰ ਲੋਕਾਂ ਦੀ ਬੜੀ ਲੋੜ ਹੈਗੀ ਆ। ਤਾਂ ਲਵ ਯੂ। ਇਹ ਤੋਹਫਾ ਵੀ ਵੀਰੇ ਮੈਂ ਭੇਜ ਰਿਹਾ ਤੁਹਾਨੂੰ। ਮੇਰਾ ਪਹਿਲਾ ਫੋਨ ਹੈ, ਮੇਰੀ ਆਪਣੀ ਕਮਾਈ ਤੋਂ ਲਿਆ ਪਹਿਲਾ ਫੋਨ ਸੀਗਾ ਇਹ। ਤੇ ਮੈਨੂੰ ਮੈਂ ਤੁਹਾਨੂੰ ਭੇਜ ਰਿਹਾ ਇਹ ਵੀ। ਤੇ ਕਈ ਵਾਰੀ ਹੁੰਦਾ, ਕਿਉਂਕਿ ਅੱਜ ਕੱਲ੍ਹ ਘਰਾਂ 'ਚ ਬੈਠੇ ਹੈ, ਲੋੜ ਵੀ ਹੈ, ਅੱਜ ਕੱਲ੍ਹ ਫੋਨਾਂ ਦੀ ਵੀ ਲੋੜ ਹੈਗੀ ਹੈ। ਤੇ ਥੋੜ੍ਹਾ ਆਈਫੋਨ ਠੀਕ ਆ, ਕਈ ਵਾਰੀ ਕੰਮ ਆ ਜਾਂਦਾ ਹੈਗਾ। ਤਾਂ ਲਵ ਯੂ, ਮੇਰੇ ਵੱਲੋਂ ਇੱਕ ਛੋਟਾ ਜਿਹਾ ਤੋਹਫਾ। ਤੇ ਬਾਕੀ ਰਹੀ ਗੱਲ, ਹਰਿਆਣੇ 'ਚ ਕਈ ਵੀਰਾਂ 'ਤੇ ਪਰਚੇ ਹੋਏ। ਮੈਂ ਨਿਊਜ਼ ਦੇਖੀ ਸੀਗੀ ਅੱਜ ਹੀ ਕਿ ਕਾਫੀ ਲੋਕਾਂ ਦੇ ਪਰਚੇ ਕਰਤੇ ਕਿ ਤੁਸੀਂ ਇੱਦਾਂ ਕਰ ਰਹੇ ਹੋ, ਉੱਦਾਂ ਕਰ ਰਹੇ ਹੋ। ਪਰ ਮੈਂ ਉਹਨਾਂ ਨੂੰ ਵੀਰਾਂ ਨੂੰ ਵੀ ਦੱਸਦਾ ਵੀ ਕੋਈ ਚੱਕਰ ਨਹੀਂ ਗਾ, ਜੇਲ੍ਹਾਂ ਵਾਲਾ ਕੋਈ ਸਿਸਟਮ ਨਹੀਂ। ਤੁਸੀਂ ਜਾਓਗੇ, ਤੁਹਾਨੂੰ 1% ਦੀ ਤਕਲੀਫ ਨਹੀਂ ਹੋਣੀ। ਉੱਥੇ ਜਿੰਦਾਬਾਦ ਦੇ ਨਾਅਰੇ ਲੱਗਦੇ ਆ, ਮੇਰੀ ਜਾਨ। ਲੋਕ ਬਹੁਤ ਚੰਗੇ ਹੈ, ਉਹ ਕਿਸਾਨਾਂ ਦੇ ਹੀ ਪੁੱਤ ਹੈ। ਉੱਥੇ ਬੈਠੇ ਵੀ ਉਹ ਇਸ ਗੱਲ ਤੋਂ ਦੁੱਖ ਮਨਾਉਂਦੇ ਹੈ ਕਿ ਅਸੀਂ ਕਾਸ਼ ਜੇਲ੍ਹਾਂ 'ਚੋਂ ਬਾਹਰ ਹੁੰਦੇ, ਕਾਸ਼ ਇਸ ਟਾਈਮ ਅਸੀਂ ਜੇਲ੍ਹਾਂ ਤੋਂ ਬਾਹਰ ਹੁੰਦੇ ਤਾਂ ਅਸੀਂ ਇੱਕ ਵੀ ਦਿਨ ਦਿੱਲੀੋਂ ਨਾ ਮੁੜ ਕੇ ਆਉਂਦੇ, ਦਿੱਲੀ ਧਰਨੇ 'ਤੇ ਹੁੰਦੇ ਸੀ। ਸਭ ਨੇ ਇੰਨੀ ਰਿਸਪੈਕਟ ਕੀਤੀ, ਸਭ ਨੇ ਇੰਨਾ ਪਿਆਰ ਦਿੱਤਾ। ਤੇ ਮੈਨੂੰ ਯਾਦ ਹੈ, ਮੈਂ ਇੱਕ ਰਾਤ ਜਦੋਂ ਸੁੱਤਾ ਪਿਆ ਸੀਗਾ, ਉਸ ਦਿਨ ਮੈਂ ਥੋੜ੍ਹਾ ਠੀਕ ਨਹੀਂ ਸੀ, ਮੇਰੀ ਸਿਹਤ, ਸਿਰ ਦਰਦ ਸੀਗਾ। ਮੈਂ ਸੁੱਤਾ ਪਿਆ ਸੀ ਤੇ ਇੱਕ ਵੀਰ ਦਾ ਮੈਨੂੰ ਨਾਮ ਨਹੀਂ ਪਤਾ, ਤੇ ਸ਼ਾਇਦ ਉਹਨੂੰ ਵੀਰ ਨੂੰ ਵੀ ਇਹ ਪਤਾ ਨਹੀਂ ਹੋਣਾ ਕਿ ਸ਼ਾਇਦ ਮੈਨੂੰ ਇਹ ਗੱਲ ਦਾ ਪਤਾ ਹੈ। ਉਹ ਵੀਰ ਨੇ ਮੇਰਾ ਸੁੱਤੇ ਪਏ ਦਾ ਸਿਰ ਦਬਾ ਰਿਹਾ ਸੀ। ਉਹ ਭਰਾ ਪੁਲਿਸ ਮੁਲਾਜ਼ਮ ਸੀ। ਮੈਨੂੰ ਪਿਆਰ ਹੈ, ਰਿਸਪੈਕਟ ਹੈ ਤੁਹਾਡੇ ਲਈ, ਤੁਸੀਂ ਇੰਨਾ ਕਰਦੇ ਹੋ। ਲਵ ਯੂ, ਲਵ ਯੂ। ਮੈਨੂੰ ਨਾਂ ਨਹੀਂ ਪਤਾ, ਮੈਂ ਨਾਮ ਜ਼ਰੂਰ ਲੈਂਦਾ ਜੇ ਮੈਨੂੰ ਪਤਾ ਹੁੰਦਾ ਮੇਰੇ ਵੀਰ ਦਾ। ਜਿੱਥੇ ਜਿੱਥੇ ਲੋੜ ਹੈ, ਫੁੱਲ ਸਪੋਰਟ ਕਿਸਾਨ ਅੰਦੋਲਨ। ਪਰ ਵਨ ਮੋਰ ਸੌਂਗ ਵਿਚਾਲੇ ਰਹਿ ਗਈ ਜੀ। ਹਿੰਦੀ ਗਾਣਾ ਕਰ ਰਿਹਾ ਸੀਗਾ ਮੈਂ। ਸਾਡੇ ਵਾਲੇ ਪੰਜਾਬੀ ਬੰਦੇ ਉਹ ਸਾਨ ਝੋਟੇ ਆ ਕਲਾਕਾਰ ਵੀ ਸਾਡੇ ਭਰਾ, ਉਹ ਡਰਦੇ ਡੁਰਦੇ ਹੈ ਨਹੀਂ, ਉਹ ਕਰ ਦਿੰਦੇ ਗਾਣਾ। ਮੈਂ ਹਿੰਦੀ ਗਾਣਾ ਕਰੀ ਜਾਂਦਾ ਸੀ, ਤਾਂ ਉਹ ਥੋੜ੍ਹੇ ਉੱਥੋਂ ਬੋਲੀਵੁੱਡ ਵਾਲੇ ਬੰਦੇ ਸੀਗੇ, ਉਹ ਮਸਾਂ ਉਹਨਾਂ ਨੂੰ ਕਿਹਾ ਸੀ ਵੀ ਕਿਸਾਨੀ 'ਤੇ ਗਾਣਾ ਕਰ ਰਹੇ ਹੋ ਕਰਕੇ, ਤੇ ਉਹ ਥੋੜ੍ਹਾ ਡਰ ਡੁਰ ਗਏ ਹੁਣ ਕਿ ਤੁਹਾਡੇ ਗਾਣੇ 'ਤੇ ਪਰਚੇ ਹੋ ਜਾਂਦੇ ਆ, ਕੱਲ੍ਹ ਨੂੰ ਸਾਨੂੰ ਅੰਦਰ ਕਰੀ ਬੈਠੇ ਹੋਣੇ ਆ। ਤਾਂ ਹੁਣ ਦੇਖਦੇ ਹਾਂ, ਉਹਨਾਂ ਨੂੰ ਕਿਹਾ ਵੀ ਜੇਲ੍ਹਾਂ 'ਚ ਵੀ ਠੀਕ ਹੈ, ਸਾਰੇ ਕਿਸਾਨ ਹੀ ਹੈ, ਵੀ ਸਾਡੇ ਪੁਲਿਸ ਮੁਲਾਜ਼ਮ ਹੈ ਉਹ ਵੀ ਕਿਸਾਨਾਂ ਦੇ ਪੁੱਤ ਹੀ ਹੈ, ਜੇ ਅੰਦਰ ਬੈਠੇ ਉਹ ਵੀ ਕਿਸਾਨਾਂ ਦੇ ਪੁੱਤ ਹੈ, ਜੇ ਅਸੀਂ ਉੱਥੇ ਲੜ ਰਹੇ ਹਾਂ ਸਾਰੇ ਅਸੀਂ ਕਿਸਾਨਾਂ ਦੇ ਪੁੱਤ ਹੈ। ਦੇਖੋ ਬਾਬਾ ਜੀ ਮਿਹਰ ਕਰਨ ਉਹ ਗਾਣੇ ਦਾ ਕੀ ਬਣਦਾ, ਬਟ ਮੈਂ ਛੇਤੀ ਕੁਛ ਨਾ ਕੁਛ ਕਰਦਾ ਜੀ। ਮੁੰਡਾ ਬਾਹਰ ਆਇਆ, ਬੱਲੇ ਕਿਆ ਬਾਤ ਹੈ। ਅੰਦਰ ਵੀ ਕਿਸਾਨੀ ਅੰਦੋਲਨ ਵਰਗਾ ਹੀ ਮਾਹੌਲ ਹੈ ਜੀ, ਕੋਈ ਚੱਕਰ ਨਹੀਂ। ਤੇ ਬਾਬਾ ਮਿਹਰ ਕਰੇ। ਬਾਕੀ ਤੁਸੀਂ ਬਹੁਤ ਸਿਆਣੇ ਹੋ ਸਾਰੇ। ਇੱਕ ਗੱਲ ਹੋਰ, ਸਾਡੇ ਪੰਜਾਬ 'ਚ ਬੜੀਆਂ ਕੰਪਨੀਆਂ, ਬਹੁਤ ਕੰਪਨੀਆਂ ਚੱਲ ਰਹੀਆਂ ਹੈਗੀਆਂ ਜਿਹੜੀਆਂ ਪੈਸਾ ਕਮਾ ਰਹੀਆਂ, ਸਾਡੇ ਪੰਜਾਬ ਦੇ ਸਿਰ 'ਤੇ ਚੱਲ ਰਹੀਆਂ, ਪਰ ਉਹਨਾਂ ਨੇ ਕੁਛ ਵੀ ਨਹੀਂ ਦਿੱਤਾ ਜੀ ਪੰਜਾਬ ਨੂੰ, ਕੁਛ ਵੀ ਨਹੀਂ ਦਿੱਤਾ। ਤਾਂ ਸਭ ਤੋਂ ਪਹਿਲਾਂ ਮੇਰੇ ਵੀਰ ਭਰਾ ਡਿਟੇਲ ਕੱਢਣ ਕਿਹੜੀਆਂ ਕੰਪਨੀਆਂ, ਸਾਨੂੰ ਪਤਾ ਲੱਗਦਾ ਅਸੀਂ ਵੀ ਦੱਸਾਂਗੇ। ਜਿਹੜੇ ਬੰਦੇ ਸਾਡੇ ਪੰਜਾਬ ਦਾ ਖਾ ਰਹੇ ਹੈ, ਅੱਜ ਤੱਕ ਉਹਨਾਂ ਨੇ ਖਾਧਾ, ਸਾਡੇ ਪੰਜਾਬ ਤੋਂ ਪੈਸਾ ਕਮਾਇਆ, ਦੋ ਆਪਸ਼ਨ, ਜਾਂ ਤਾਂ ਸਾਡੇ ਅੰਦੋਲਨ 'ਚ ਸਾਨੂੰ ਹੈਲਪ ਕਰਨ, ਨਾਲ ਖੜਨ, ਜਾਂ ਫਿਰ ਬਾਇਓਕਾਟ। ਜਿਵੇਂ ਜੀਓ ਦਾ ਤੁਸੀਂ ਸਾਰੇ ਭਰਾਵਾਂ ਨੇ ਐਡਾ ਬਾਇਓਕਾਟ ਕੀਤਾ, ਅੰਬਾਨੀ ਧੋਣ ਸਿੱਟੀ ਬੈਠਾ ਹੈ, ਐਡਾ ਸਿਸਟਮ ਤੁਸੀਂ ਲਾਤਾ, ਸਵਾਦ ਆ ਗਿਆ। ਆਈ ਜੋ ਬੰਦਾ ਪੰਜਾਬ ਦੇ ਕਿਸਾਨੀ ਦੇ
ਪੰਜਾਬ ਦੀ ਵੀ ਗੱਲ ਮੈਂ ਕਰਾਂ ਤਾਂ ਪੰਜਾਬ ਨਹੀਂ, ਸਾਰੇ ਮੁਲਕ ਦੀ ਗੱਲ ਹੈ। ਕਿਸਾਨੀ ਦੇ ਜੋ ਬੰਦਾ ਹੱਕ 'ਚ ਖੜਦਾ ਹੈਗਾ ਆਪਾਂ ਉਹਦੇ ਨਾਲ ਹੈ। ਜਿਹੜਾ ਬੰਦਾ ਕਿਸਾਨਾਂ ਦਾ ਨਹੀਂ ਹੋਇਆ ਉਹਦੇ ਲਈ ਕੋਈ ਥਾਂ ਨਹੀਂ। ਧਰਨੇ ਤੇ ਬੈਠੇ ਆ ਕਿਸਾਨਾਂ ਤੇ, ਵਾਹਿਗੁਰੂ ਮਿਹਰ ਕਰੇ। ਕਿਆ ਬਾਤ ਹੈ, ਲਵ ਯੂ ਲਵ ਯੂ। ਤੁਸੀਂ ਬੈਠੇ ਹੋ, ਤੁਹਾਡੇ ਕਰਕੇ ਬੜਾ ਕੁਛ ਤੁਹਾਡੇ ਕਰਕੇ ਪੰਜਾਬ ਸਿੱਧੇ ਰਾਹ ਤੇ ਪੈ ਗਿਆ। ਇਹ ਧਰਨਾ ਨਹੀਂਗਾ, ਇਹ ਗੰਗਾ ਵਰਗਾ, ਇਹ ਛਾਣਨੀ ਇੱਕ ਕਹਿੰਦੇ ਆ ਨਾ ਲੱਗ ਗਈ। ਸਾਡੇ ਕਲਾਕਾਰਾਂ ਤੇ ਪਹਿਲੇ ਦਿਨ ਤੋਂ ਇਲਜ਼ਾਮ ਸੀਗਾ ਅਸੀਂ ਨਸ਼ੇ ਨੂੰ ਪ੍ਰਮੋਟ ਕਰਦੇ ਹਾਂ ਪੰਜਾਬੀ ਕਲਾਕਾਰ। ਅਸੀਂ ਬੜੀਆਂ ਚੀਜ਼ਾਂ ਨੂੰ ਕਿ ਗਾਣੇ ਸਾਡੇ ਲੱਚਰ ਹੁੰਦੇ ਆ, ਪਰਿਵਾਰਿਕ ਨਹੀਂ ਹੁੰਦੇ ਜਾਂ ਬੜਾ, ਕਿਉਂਕਿ ਅੱਜ ਤੋਂ ਨਹੀਂ, ਸਾਡੇ ਤੋਂ ਪਹਿਲਾਂ ਟਾਈਮ ਸੀਗਾ, ਪੁਰਾਣੀ ਗਾਇਕੀ ਸੀਗੀ, ਉਹ ਮੋਟਰਾਂ ਤੱਕ ਸੀਮਿਤ ਸੀਗੀ। ਲੋਕ ਘਰਾਂ ਤੱਕ ਵੀ ਨਹੀਂ ਸੁਣ ਸਕਦੇ ਸੀ, ਮੋਟਰਾਂ ਤੱਕ ਸੀ ਗਾਇਕੀ। ਪਹਿਲੇ ਦਿਨੋਂ ਬਦਨਾਮ ਰਹੀ ਹੈ, ਪਰ ਆਹ ਅੰਦੋਲਨ ਨੇ ਇੱਕ ਗੰਗਾ ਵਰਗਾ ਕੰਮ ਕਰ ਦਿੱਤਾ। ਸਾਰੇ ਦਾਗ ਧੋਤੇ, ਸਾਰੇ ਹੀ ਦਾਗ ਧੋਤੇ। ਸਾਨੂੰ ਵੀ ਕਦਰਾਂ ਆਈਆਂ। ਸਾਨੂੰ ਇਹ ਪਤਾ ਲੱਗ ਗਿਆ ਕਿ ਅਸੀਂ ਜੇ ਚੰਗਾ ਲਿਖਾਂਗੇ ਸਾਡਾ ਪੰਜਾਬ ਸਾਡੇ ਨਾਲ ਹੈ। ਸਾਨੂੰ ਇਹ ਪਤਾ ਲੱਗ ਰਿਹਾ ਕਿ ਅਸੀਂ ਇਕੱਲੇ ਨਹੀਂ ਫਿਰਦੇ, ਸਾਡਾ ਪੰਜਾਬ ਸਾਡੇ ਨਾਲ ਹੈ। ਅਸੀਂ ਕਿਉਂ ਨਾ ਲਿਖਾਂਗੇ। ਮੈਂ ਗੀਤ 'ਚ ਵੀ ਲਿਖਿਆ ਸੀ ਕਿਸਾਨ ਐਂਥਮ ਲਈ, ਥੈਂਕ ਯੂ ਤੁਸੀਂ ਇੰਨਾ ਪਿਆਰ ਕੀਤਾ। ਕਿਸਾਨ ਐਂਥਮ 'ਚ ਵੀ ਲਿਖਿਆ ਸੀ ਮੈਂ ਕਿ ਸ਼੍ਰੀ ਬਰਾੜਾ ਐਸੀ ਕਲਮ ਤੇ ਲਾਹਣ ਤਾਂ ਡੁੱਬਦੀ ਕਿਸਾਨੀ ਦੇ ਨਾ ਕੰਮ ਆਈ ਜੇ। ਤਾਂ ਕਲਮਾਂ ਕਿਤੇ ਵੀ ਕੈਦ ਨਹੀਂ ਹੋ ਸਕਦੀਆਂ, ਕਲਮਾਂ ਕਿਤੇ ਵੀ ਕਿਸੇ ਸਰਕਾਰ ਦੀਆਂ ਨਹੀਂ ਹੋ ਸਕਦੀਆਂ, ਕਲਮਾਂ ਕਿਤੇ ਵੀ ਵਿਕ ਨਹੀਂ ਸਕਦੀਆਂ। ਬਹੁਤ ਘੱਟ ਕਲਮਾਂ ਵਿਕਦੀਆਂ, ਪਰ ਜਿਹੜੀ ਵਿਕ ਗਈ ਉਹ ਕਲਮ ਨਹੀਂ। ਹੁਣ ਰਵਿਸ਼ ਕੁਮਾਰ ਦਾ ਲੈ ਲਓ, ਬੜੇ ਚੈਨਲ ਸੀਗੇ, ਕਿਸਾਨਾਂ ਨੂੰ ਅੱਤਵਾਦੀ ਕਹਿੰਦੇ ਸੀਗੇ ਕਿ ਪਤਾ ਨਹੀਂ ਇਹਨਾਂ ਨੇ ਕੀ ਕਰ ਦੇਣਾ, ਪਰ ਰਵਿਸ਼ ਕੁਮਾਰ ਡੋਲਿਆ ਨਹੀਂ ਬੰਦਾ। ਉਸ ਲਈ ਵੀ ਸਲੂਟ ਹੈ। BBC ਨੇ ਨਿਊਜ਼ ਲਾਈ ਸਾਡੇ ਕਿਸਾਨਾਂ ਦੀ, ਕਿਆ ਬਾਤ ਹੈ। ਸਾਨੂੰ ਮਾਣ ਹੁੰਦਾ ਸੱਚੇ ਦਿਲੋਂ ਜਦੋਂ ਲੋਕ ਆਉਂਦੇ ਹੈਗੇ ਆ, ਇੱਦਾਂ ਖੜਦੇ ਆ। ਪਾਕਿਸਤਾਨ ਤੋਂ ਫੁੱਲ ਸਪੋਰਟ ਆ ਤੁਹਾਡੇ ਕਿਸਾਨਾਂ ਵਾਸਤੇ। ਥੈਂਕ ਯੂ ਸਾਰੇ ਵਰਲਡ ਤੋਂ ਕਿਸਾਨਾਂ ਲਈ ਸਪੋਰਟ ਕਰ ਰਿਹਾ ਸਾਰਾ ਅੱਜ। ਤਾਂ ਪਾਕਿਸਤਾਨ ਵੀ ਸਾਡਾ ਵੀਰ ਹੀ ਹੈ ਜੀ। ਤਾਂ ਇੱਕ ਮਾਂ ਦੇ ਜਿਵੇਂ ਦੋ ਪੁੱਤ ਹੁੰਦੇ ਆ, ਤਾਂ ਇੱਦਾਂ ਹੀ ਸਾਡਾ ਤੁਹਾਡੇ ਲਈ ਬਹੁਤ ਪਿਆਰ ਹੈ, ਕਿਉਂਕਿ ਸਾਡੀ ਪੰਜਾਬੀ ਜ਼ੁਬਾਨ ਹੀ ਇਹ ਗਾਣੇ ਤੁਸੀਂ ਉੱਥੇ ਵੀ ਸੁਣ ਰਹੇ ਹੋ। ਤੁਸੀਂ ਵੀ ਜ਼ਿਆਦਾ ਲੋਕ ਤੁਹਾਡੇ ਕਈ ਵਾਰੀ ਤੁਸੀਂ ਕਿਸਾਨਾਂ ਦੇ ਲਈ ਬੋਲਦੇ ਹੋ ਜਦੋਂ, ਤਾਂ ਉਦੋਂ ਇੱਦਾਂ ਲੱਗਦਾ ਕਿ ਇੱਕ ਮਾਂ ਦੇ ਦੋ ਪੁੱਤ ਹੈਗੇ ਪਰ ਭਰਾ ਤਾਂ ਹੈਗੇ ਆ। ਸਾਨੂੰ ਜਦੋਂ ਪੰਜਾਬ 'ਚ ਕੋਈ ਦੁੱਖ ਹੁੰਦਾ ਤੇ ਪਾਕਿਸਤਾਨ 'ਚ ਬੈਠੇ ਲੋਕ ਵੀ ਬੋਲਦੇ ਆ ਵੀ ਗਲਤ ਹੋਇਆ। ਬਾਹਰ ਬੈਠਾ ਮੁਲਕ, ਸਾਡੇ ਜਿੰਨੇ ਵੀਰ ਬਾਹਰ ਬੈਠੇ ਹੈਗੇ ਆ, ਉਹ ਖੁੱਲ੍ਹ ਕੇ ਠੋਕ ਕੇ ਸਪੋਰਟ 'ਚ ਕਿਸਾਨਾਂ ਦੇ ਆਏ ਖੜੇ ਆ। ਲਵ ਯੂ ਹੈ ਉਹਨਾਂ ਨੂੰ। ਇਹ ਟਾਈਮ ਸੀਗਾ, ਇਹ ਟਾਈਮ ਬੜਾ ਹੀ ਮਾੜਾ ਟਾਈਮ ਚੱਲ ਰਿਹਾ ਹੈਗਾ। ਕੱਲੀਆਂ ਫਸਲਾਂ ਤੇ ਨਹੀਂ, ਸਾਡੀਆਂ ਨਸਲਾਂ ਤੇ ਵੀ। ਅਸੀਂ ਫਸਲਾਂ ਲਈ ਵੀ ਲੜਾਂਗੇ, ਸਾਡੀਆਂ ਲਈ ਨਸਲਾਂ ਲਈ ਵੀ ਲੜਾਂਗੇ। ਤੇ ਮੈਂ ਦਿਲੋਂ ਰਿਸਪੈਕਟ ਤੇ ਧੰਨਵਾਦ ਕਰਦਾ ਹੈਗਾ ਜਿੰਨੇ ਸਾਡੇ ਕਿਸਾਨ ਆਗੂ ਬੈਠੇ ਹੈਗੇ ਆ, ਜਿੰਨੇ ਉੱਥੇ ਹੱਕ ਲਈ ਆਵਾਜ਼ ਚੱਕ ਰਹੇ ਆ। ਇੰਨੇ ਦਿਨਾਂ ਤੋਂ ਇਹ ਠੰਡ ਪੈ ਰਹੀ ਹੈ ਇੰਨੀ ਜ਼ਿਆਦਾ, ਤੇ ਤੁਸੀਂ ਬਾਰਿਸ਼ਾਂ ਵੀ ਹੋ ਲੰਘਦੀਆਂ ਉੱਥੋਂ ਦੀ, ਤੇ ਤੁਸੀਂ ਉਹ ਇੰਨੀ ਠੰਡ 'ਚ ਰਾਤਾਂ ਨੂੰ ਬੈਠੇ ਹੋ। ਕਿਹਦੇ ਲਈ? ਸਾਡੇ ਲਈ ਬੈਠੇ ਹੋ ਤੁਸੀਂ। ਲਵ ਯੂ। ਇੱਕ ਨਾ ਕਿਤੇ ਦੁਨੀਆ 'ਚ ਮਾਹੌਲ ਇੱਦਾਂ ਦਾ ਹੋ ਗਿਆ ਸੀਗਾ ਕਿ ਕੋਈ ਕਿਸੇ ਨਾਲ ਨਹੀਂ ਤੁਰ ਰਿਹਾ ਸੀਗਾ, ਪਰ ਸਾਰਾ ਮੁਲਕ, ਹਰਿਆਣਾ, ਪੰਜਾਬ, UP, ਰਾਜਸਥਾਨ, ਸਾਰਾ ਮੁਲਕ ਇੱਕ ਪਾਸੇ ਹੋ ਕੇ ਜਦੋਂ ਠੋਕ ਕੇ ਖੜਾ ਹੈਗਾ, ਕਿਆ ਬਾਤ ਹੈ। ਜਿੰਦਾਬਾਦ। ਲਵ ਯੂ। ਮੈਂ ਤੁਹਾਡੇ ਸਾਰਿਆਂ ਦੇ ਮੈਸੇਜ ਨਹੀਂ ਪੜ੍ਹ ਪਾ ਰਿਹਾ, ਬਟ ਬਹੁਤ ਸਾਰੇ ਮੈਸੇਜ ਹੈ, ਸਾਰਿਆਂ ਦੇ ਨਹੀਂ ਪੜ੍ਹ ਪਾ ਰਿਹਾ, ਬਟ ਕਿਆ ਬਾਤ ਹੈ। ਗਾਣਾ ਜ਼ਰੂਰ ਸੁਣਾਉਣਾ ਜੀ ਮੈਂ। ਬਾਬੇ ਨਾਨਕ ਨੇ ਸਾਨੂੰ ਸੀ ਕਿਸਾਨੀ ਬਖਸ਼ੀ, ਬਾਜਾਂ ਵਾਲੇ ਨੇ ਕਲਮਾਂ ਤੇ ਖੰਡੇ ਦਿੱਲੀਏ, ਰਹਿੰਦੀ ਦੁਨੀਆ ਦੇ ਤੱਕ ਰਹਿਣੇ ਝੂਲਦੇ, ਨਕਸ਼ੇ ਤੇ ਕੇਸਰੀਏ ਝੰਡੇ ਦਿੱਲੀਏ।
ਯਾਦ ਰੱਖੀ ਜਿੱਤ ਕੇ ਤੂੰ ਛੱਡੀ ਹੋਈ ਐ ਤੇ ਛੱਡ ਕੇ ਸੀ ਸੇਜ ਬਣੇ ਕੰਡੇ ਦਿੱਲੀਏ। ਸ਼੍ਰੀ ਬਰਾੜਾ ਐਸੀ ਕਲਮ ਤੇ ਲਾਣ ਤਾਂ ਡੁੱਬਦੀ ਕਿਸਾਨੀ ਦੇ ਨਾ ਕੰਮ ਆਈ ਜੇ। ਤੇਰੇ ਵਾਂਗੂ ਬਗਦਾਦੀ ਵੀ ਸੀ ਰੱਖਦਾ ਉਹ ਸ਼ੌਂਕ ਸ਼ੇਰਾਂ ਤਾਨਾਸ਼ਾਹੀ ਦੇ। ਤੇਰੇ ਵਾਂਗੂ ਬਗਦਾਦੀ ਵੀ ਸੀ ਰੱਖਦਾ ਉਹ ਸ਼ੌਂਕ ਬੜੇ ਤਾਨਾਸ਼ਾਹੀ ਦੇ। ਥੈਂਕ ਯੂ, ਲਵ ਯੂ ਲਵ ਯੂ ਲਵ ਯੂ। ਰਾਜਸਥਾਨ ਤੋਂ ਕਿਸਾਨ ਏਕਤਾ, ਸਾਰੇ ਕਿਸਾਨ ਜਿੱਥੇ ਕਿਤੇ ਵੀ ਹੈਗਾ, ਚਾਹੇ ਉਹ ਕਿਸੇ ਵੀ ਮੁਲਕ ਦਾ ਹੈ, ਕਿਸਾਨ ਨੂੰ ਕਿਸਾਨ ਦਾ ਹੱਕ ਮਿਲਣਾ ਬਹੁਤ ਜ਼ਰੂਰੀ ਹੈ, ਭਾਵੇਂ ਉਹ ਸਾਡੇ ਮੁਲਕ ਦਾ, ਭਾਵੇਂ ਕਿਸੇ ਹੋਰ ਮੁਲਕ ਦਾ, ਕਿਉਂਕਿ ਕਿਸਾਨਾਂ ਸਿਰ ਤੇ ਮੁਲਕ ਚੱਲ ਰਿਹਾ ਜੀ। ਅਸੀਂ ਤਾਂ ਸੋ ਆਪਣੀ ਗੱਲ ਜਿਹੜੀ ਵਿਚਾਲੇ ਰਹਿ ਗਈ, ਮੈਨੂੰ ਨਹੀਂ ਪਤਾ ਕਿ ਗੱਲ ਕਿੱਥੇ ਮੈਂ ਗੱਲ ਕਰਦਾ ਰਿਹਾ ਤੇ ਉਹ ਸ਼ਾਇਦ ਬੰਦ ਹੋ ਗਿਆ ਸੀ। ਸੋ ਪੁਲਿਸ ਵੀ ਕਿਤੇ ਨਾ ਕਿਤੇ ਕਿਸਾਨਾਂ ਦੇ ਹੀ ਪੁੱਤ ਹੈ। ਜੇ ਆਰਮੀ ਲਾਉਂਦੇ ਆ ਉਹ ਅੱਗੇ ਸਾਡੇ, ਤਾਂ ਵੀ ਉਹ ਕਿਸਾਨਾਂ ਦੇ ਹੀ ਪੁੱਤ ਹੈ। ਕਈ ਵਾਰੀ ਹੁਣ ਜੇ ਸਾਡੇ ਹੁਣ ਕਿਸਾਨ ਉੱਥੇ ਬੈਠੇ ਆ, ਜਿੰਨੇ ਵੀਰ ਭਰਾ, ਰਾਮ ਰਾਮ ਭਾਈ, ਰਾਮ ਰਾਮ, ਕਿਆ ਬਾਤ ਹੈ, ਲਵ ਯੂ। ਜਿੰਨੇ ਵੀਰ ਭਰਾ ਬੈਠੇ ਆ, ਸਾਡੇ ਬਜ਼ੁਰਗ ਬੈਠੇ ਆ, ਅੱਗੇ ਜਿਹੜੀ ਆਰਮੀ ਵੀ ਲੱਗੀ ਹੈ ਉਹ ਪੁੱਤ ਤਾਂ ਕਿਸਾਨਾਂ ਦਾ ਹੀ ਹੈ ਨਾ। ਕਿਤੇ ਨਾ ਕਿਤੇ ਉਹਨਾਂ ਦੇ ਦਿਲਾਂ 'ਚ ਥਾਂ ਤਾਂ ਹੈਗੀ ਹੈ ਸਾਡੇ ਲਈ। ਕਈ ਵਾਰੀ ਉਹਨਾਂ ਦੀ ਮਜਬੂਰੀ ਹੈ ਉੱਥੇ ਖੜਨਾ। ਉਹਨਾਂ ਨੂੰ ਜੇ ਸਰਕਾਰ ਉੱਤੋਂ ਆਰਡਰ ਲਾਉਂਦੀ ਹੈ, ਉਹ ਵਿਚਾਰੇ ਕੀ ਕਰਨ ਉਹ ਵੀ ਇੱਕ ਉਹਨਾਂ ਦੀ ਜੋਬ ਹੈ। ਉਸ ਨਾਲ ਵੀ ਉਹ ਵੀ ਧਰਮ ਵਰਗੀ ਚੀਜ਼ ਹੁੰਦੀ ਆ, ਉਹ ਵੀ ਇੱਕ ਉਹਨਾਂ ਦਾ ਧਰਮ ਹੈ, ਉਸ ਤੋਂ ਪਿੱਛੇ ਨਹੀਂ ਹਟ ਸਕਦੇ ਜੇ। ਪਰ ਹਾਂ, ਉਹਨਾਂ ਦੇ ਦਿਲਾਂ 'ਚ ਤੁਹਾਡੇ ਲਈ ਪਿਆਰ ਹੈ। ਪੰਜਾਬ ਪੁਲਿਸ ਦਾ ਮੈਂ ਬਹੁਤ ਧੰਨਵਾਦੀ ਹਾਂ। ਇੰਨਾ ਉਹਨਾਂ ਨੇ ਪਿਆਰ ਨਾਲ ਮੈਨੂੰ ਰੱਖਿਆ ਕਿ ਮੈਂ, ਬੜੇ ਵਿਚਾਰੇ ਮੁਲਾਜ਼ਮ ਇਹੋ ਜਿਹੇ ਸੀਗੇ, ਮੈਂ ਸ਼ਾਇਦ ਪਹਿਲਾਂ YouTube ਰੁਕ ਗਿਆ ਸੀਗਾ ਜਾਂ ਕਿਵੇਂ, ਮੈਂ ਉਦੋਂ ਵੀ ਦੱਸਿਆ ਕਿ ਇੱਕ ਵੀਰ, ਮੈਨੂੰ ਨਾਮ ਨਹੀਂ ਪਤਾ ਭਰਾ ਦਾ, ਮੈਂ ਸੁੱਤਾ ਪਿਆ ਸੀ, ਮੈਨੂੰ ਯਾਦ ਹੈ ਕਿ ਉਹਨੇ, ਮੇਰਾ ਸਿਰ ਦਰਦ ਕਰ ਰਿਹਾ ਸੀ ਤਾਂ ਮੇਰਾ ਪਏ ਦਾ ਉਹਨੇ ਸਿਰ ਦਬਾਇਆ ਤੇ ਮੈਨੂੰ ਕਿਹਾ ਕਿ ਤੂੰ ਬੱਚਿਆਂ ਵਰਗਾ ਤੇ ਤੈਨੂੰ ਸਾਡੇ ਬੱਚੇ ਬਹੁਤ ਪਿਆਰ ਕਰਦੇ ਆ। ਕਿਸਾਨ ਐਂਥਮ ਹੈ ਤੇਰਾ ਗਾਣਾ ਸਾਰਿਆਂ ਨੇ ਸੁਣਿਆ। ਜੇ ਮੈਂ ਜੇਲ੍ਹ 'ਚ ਵੀ ਗਿਆ, ਇੱਕ ਦਿਨ ਮੈਂ ਜੇਲ੍ਹ 'ਚ ਥੋੜ੍ਹਾ, ਜਦੋਂ ਮੈਨੂੰ ਸੰਗਰੂਰ ਜੇਲ੍ਹ 'ਚ ਛੱਡਣਾ ਸੀਗਾ, ਤਾਂ ਮੈਂ ਨਾ ਰਾਤ ਨੂੰ ਜ਼ਿਆਦਾ ਲੇਟ ਹੋਣ ਕਰਕੇ ਤੇ ਦੂਜੇ ਦਿਨ ਤੇ ਗਈ ਗੱਲ, ਕਿਉਂਕਿ TV 'ਚ ਨਿਊਜ਼ ਆਉਂਦੀ ਸੀ, ਸਾਰੇ ਅੰਦਰ ਦੇਖਦੇ ਸੀ। ਜਿਉਂ ਮੈਨੂੰ ਦੂਜੇ ਦਿਨ ਜੇਲ੍ਹ 'ਚ ਸੰਗਰੂਰ ਛੱਡਣ ਗਏ ਤਾਂ ਉੱਥੇ ਬੜੇ ਸਾਰੇ ਲੋਕ ਸਾਹਮਣੇ ਖੜੇ ਸੀ, ਕਹਿੰਦੇ ਕਿ ਅਸੀਂ ਕੱਲ੍ਹ ਵੀ ਬੜਾ ਲੇਟ ਤੱਕ ਉਡੀਕਦੇ ਰਹੇ ਵੀ ਸ਼੍ਰੀ ਬਰਾੜ ਵੀਰਾ ਆਊਗਾ ਅੰਦਰ। ਤੇ ਉਹਨਾਂ ਨੇ ਇੰਨਾ ਪਿਆਰ ਦਿੱਤਾ ਸਾਰਿਆਂ ਨੇ। ਜੇਲ੍ਹ ਦਾ ਪ੍ਰਸ਼ਾਸਨ ਇੰਨਾ ਵਧੀਆ ਉਹਨਾਂ ਦਾ ਵਿਵਹਾਰ ਹੈਗਾ, ਇੰਨੇ ਵਧੀਆ ਲੋਕ ਹੈਗੇ ਉਹ। ਮੈਨੂੰ ਅੰਦਰ ਹਰ ਟਾਈਮ ਉਹਨਾਂ ਨੇ ਪੁੱਛਣਾ ਕਿਸੇ ਚੀਜ਼ ਦੀ ਲੋੜ ਤਾਂ ਨਹੀਂ। ਮੈਂ ਪਹਿਲਾਂ ਵੀ ਕਿਹਾ ਕਿ ਕਈ ਸਰਕਾਰ ਸਾਨੂੰ ਡਰਾਵੇ ਦਿੰਦੀ ਹੈ ਕਈ ਵਾਰੀ। ਅੱਜ ਨਿਊਜ਼ ਚੱਲ ਰਹੀ ਸੀ ਕਿ ਹਰਿਆਣੇ 'ਚ ਕਿਸਾਨਾਂ 'ਤੇ ਪਰਚੇ ਦਿੱਤੇ ਹੈ ਕਿ ਇਹਨਾਂ ਨੇ ਇਹ ਕਰਤਾ ਉਹ ਕਰਤਾ, ਸਾਨੂੰ ਡਰਾਵੇ ਪਰਚਿਆਂ ਦੇ। ਪੁਲਿਸ ਕਿਹਨਾਂ ਦੀ ਹੈ? ਪੁਲਿਸ ਵੀ ਤਾਂ ਸਾਡੀ ਹੈ ਨਾ, ਉਹ ਵੀ ਤਾਂ ਸਾਡੇ ਕਿਸਾਨਾਂ ਦੀ ਪੁੱਤ ਹੈ ਨਾ। ਕੋਈ ਚੱਕਰ ਨਹੀਂਗਾ। ਤੁਸੀਂ ਜਦੋਂ ਕਿਸਾਨੀ ਲਈ ਲੜ ਕੇ ਜਾਂਦੇ ਹੋ ਅੰਦਰ, ਜਾਂ ਹੁਣ ਦਿੱਲੀੋਂ ਕਹਿੰਦੇ ਕਿ ਕੇਸ ਪਾ ਕੇ ਅੰਦਰ ਕਰਾਂਗੇ, ਜਦੋਂ ਅੰਦਰ ਵੀ ਜਾਓਗੇ ਤੁਸੀਂ ਯੋਧੇ ਹੋ ਵੀਰੇ। ਤੁਹਾਡੇ ਲਈ ਨਾਅਰੇ ਲੱਗਣਗੇ ਅੰਦਰ ਕਿ ਸਾਡੇ ਯੋਧੇ ਸਾਡੇ ਲਈ ਲੜ ਰਹੇ ਆ ਬਾਹਰ। ਇਹ ਡਰਾਵਾ, ਇਹ ਸਿਸਟਮ ਸਰਕਾਰਾਂ ਜਿਹੜੀਆਂ ਉੱਤੋਂ ਚਲਾ ਰਹੀਆਂ, ਇਹਨਾਂ ਦੀਆਂ ਗਲਤ ਫਹਿਮੀਆਂ। ਤਾਂ ਕਿਤੇ ਨਾ ਕਿਤੇ ਮੈਂ ਬਹੁਤ ਧੰਨਵਾਦੀ ਹਾਂ। ਸਾਡਾ ਪੰਜਾਬ, ਸਾਰਾ ਪੰਜਾਬ, ਕਿੰਨੇ ਪਿਆਰ ਨਾਲ ਅਸੀਂ ਅੰਦੋਲਨਾਂ 'ਤੇ ਬੈਠੇ ਹਾਂ। ਅੱਧੇ ਪਰਿਵਾਰ ਦੇ ਮੈਂਬਰ ਦਿੱਲੀ ਬੈਠੇ ਹੁੰਦੇ ਆ, ਅੱਧੇ ਘਰ ਸਾਂਭ ਰਹੇ ਹੁੰਦੇ ਆ। ਕੁਛ ਦਿਨਾਂ ਬਾਅਦ ਉਹ ਬੰਦੇ ਵਾਪਸ ਆਉਂਦੇ ਆ। ਜ਼ਿੰਮੇਵਾਰੀ ਅਸੀਂ ਇੱਕ ਨੌਕਰੀ ਵਾਂਗੂ, ਜੋਬ ਵਾਂਗੂ ਕਰ ਰਹੇ ਹਾਂ। ਬਾਕੀ ਦੇ ਬੰਦੇ ਦਿੱਲੀ ਬੈਠਣਗੇ, ਬਾਕੀ ਦੇ ਬੰਦੇ ਆ ਕੇ ਘਰ ਸਾਂਭਣਗੇ। ਇਹ ਛੋਟੀਆਂ ਗੱਲਾਂ ਥੋੜ੍ਹੀ ਆ ਵੀਰੇ, ਸਾਰਾ ਪੰਜਾਬ ਬੈਠਾ। ਸਾਡੀ ਇੱਕ ਇੰਟਰਵਿਊ ਮੈਂ ਦੇਖਿਆ, ਸਾਡੀ ਬੇਬੇ ਕੋਈ ਰੋ ਰਹੀ ਸੀਗੀ ਕਿ ਪੁੱਤ ਸਾਡੇ ਤੋਂ ਇੱਕ ਦਿਨ ਘਰ ਨਹੀਂ ਛੱਡਿਆ ਜਾਂਦਾ, ਕਿਉਂਕਿ ਮੈਂ ਦੇਖਿਆ ਕਿ ਸਾਡੀ ਬੇਬੇ ਵੀ ਕਿਤੇ
ਘਰੋਂ ਇੱਕ ਦਿਨ ਪੈਰ ਬਾਹਰ ਪਾਉਣਾ ਹੋਵੇ ਉਹਨੂੰ ਐਂ ਲੱਗਦਾ ਕਿ ਮੇਰੇ ਇਹ ਨਹੀਂ ਕੰਮ ਹੋਣਾ, ਮੇਰੇ ਬਿਨਾਂ ਐਂ ਹੋ ਜੂ, ਪਸ਼ੂਆਂ ਦਾ ਹੋ ਜੂ। ਇਦਾਂ ਇੱਕ ਦਿਨ ਨਹੀਂ ਘਰ ਛੱਡਦੀਆਂ ਸਾਡੀਆਂ ਬੇਬੇ ਹੋਣੀਆਂ। ਮਹੀਨੇ ਦੇ ਕਰੀਬ ਉੱਥੇ ਬੈਠੀਆਂ, ਇੰਨੇ ਦਿਨ ਛੋਟੇ ਛੋਟੇ ਬੱਚਿਆਂ ਨੂੰ ਗੋਦ 'ਚ ਲੈ ਕੇ ਉੱਥੇ ਬੈਠੀਆਂ। ਇਹ ਛੋਟੀਆਂ ਗੱਲਾਂ ਨਹੀਂ ਗੀਆਂ। ਬੁਰਾ ਇਹ ਹੈ ਕਿ ਸਰਕਾਰਾਂ ਨੇ ਜ਼ੁਲਮ ਕਰਤਾ, ਪਰ ਚੰਗਾ ਇਹ ਆ ਅਸੀਂ ਇਕਜੁੱਟ ਹੋ ਗਏ। ਇਕੱਲੀ ਕਿਸਾਨੀ ਮੁੱਦਾ ਨਹੀਂ, ਕਿਸਾਨੀ ਤੋਂ ਬਾਅਦ ਸਾਡੀ ਨਸਲ ਫਸਲ ਕਿਸੇ ਵੀ ਚੀਜ਼ ਲਈ ਜਿੱਥੇ ਖੜਨਾ ਹੋਊਗਾ, ਜਿੱਥੇ ਵੀ ਖੜਨਾ ਹੋਊਗਾ, ਅਸੀਂ ਇੱਕ ਠੋਕ ਕੇ ਖੜਾਂਗੇ। ਸਾਡੀਆਂ ਕਲਮਾਂ ਵਿਕੀਆਂ ਨਹੀਂ ਗੀਆਂ, ਸਾਡੀਆਂ ਕਲਮਾਂ ਬੋਲਣਗੀਆਂ, ਕਿਉਂਕਿ ਅਸੀਂ ਦਿੱਤਾ ਪੰਜਾਬ ਦਾ ਖਾਂਦੇ, ਅਸੀਂ ਪੰਜਾਬ ਦੇ ਹੱਕ 'ਚ ਬੋਲਾਂਗੇ, ਸਾਡੇ ਮੁਲਕ ਦੇ ਕਿਸਾਨਾਂ ਦੇ ਹੱਕ 'ਚ ਬੋਲਾਂਗੇ। ਪੰਜਾਬ 'ਚ ਅਸੀਂ ਰਹਿਣ ਵਾਲੇ ਹਾਂ, ਕਿਉਂਕਿ ਬੰਦਾ ਬਾਹਰ ਦੀ ਚੀਜ਼, ਬਾਹਰ ਜੋ ਬੁਰਾਈਆਂ ਹੁੰਦੀਆਂ ਉਹਨਾਂ ਨੂੰ ਬਾਅਦ 'ਚ ਦੇਖਦਾ ਕਿ ਪਹਿਲਾਂ ਆਪਦਾ ਘਰ ਠੀਕ ਕਰਦਾ। ਸਭ ਤੋਂ ਪਹਿਲਾਂ ਅਸੀਂ ਆਪਦਾ ਘਰ ਠੀਕ ਕਰ ਰਹੇ ਹਾਂ। ਕਿਸੇ ਵੀ ਪਿੰਡ 'ਚ ਕੋਈ ਲੋੜ ਹੋਇਆ ਕਰੂਗੀ, ਤੁਸੀਂ ਜਾਗਰੂਕ ਲੋਕ ਹੋ, ਤੁਸੀਂ ਯੂਥ ਇੰਨੇ ਲੋਕ ਆ, ਤੁਸੀਂ ਸਾਡੀਆਂ ਇੱਕ ਠੋਕ ਕੇ ਡਿਊਟੀਆਂ ਲਾਇਆ ਕਰੋ ਕਿ ਵੀਰੇ ਫਲਾਣੇ ਪਿੰਡ 'ਚ ਇਸ ਚੀਜ਼ ਦੀ ਲੋੜ ਹੈ, ਖੜੋ। ਸਾਰੇ ਖੜਨਗੇ ਤੁਹਾਡੇ ਨਾਲ, ਸਾਰੇ ਖੜਨਗੇ। ਤੇ ਕਿਆ ਬਾਤ ਹੈ, ਤੁਸੀਂ ਇੰਨਾ ਪਿਆਰ ਦੇ ਰਹੇ ਹੋ। ਮੈਨੂੰ ਸਾਰਿਆਂ ਦੇ ਕਮੈਂਟ ਪੜ੍ਹ ਨਹੀਂ ਪਾ ਰਿਹਾ, ਪਰ ਆ ਤੁਹਾਡੇ ਜਿਹੜੇ ਦਿਲ ਜੇ ਭੇਜ ਰਹੇ ਹੋ, ਲਵ ਯੂ। ਤਾਂ ਇੱਕ ਸ਼ਾਇਦ ਉਹ ਰਹਿ ਨਾ ਗਈ ਹੋਵੇ ਚੀਜ਼, ਤਾਂ ਉਹ ਮੇਰਾ ਸੁਨੇਹਾ ਜ਼ਰੂਰ ਉਸ ਪੁਲਿਸ ਮੁਲਾਜ਼ਮ ਤਾਈਂ ਲਾਇਓ ਜਿਹੜਾ ਵੀਰ ਪਟਿਆਲੇ CIA 'ਚ ਟਾਈਪ ਕਰ ਰਿਹਾ ਸੀ। ਉਹਦੀ ਕੋਈ ਡਿਊਟੀ ਹੈ ਮੇਰੇ ਵੀਰ ਦੀ, ਕੰਪਿਊਟਰ 'ਤੇ ਕੋਈ ਸ਼ਾਇਦ ਕੇਸ ਚੜਾਉਣੇ ਹੁੰਦੇ ਜਾਂ ਕੁਛ ਵੀ, ਜੋ ਵੀ ਜੋਬ ਹੈ ਉਹਨਾਂ ਦੀ। ਤਾਂ ਉਹਨਾਂ ਦੇ ਜੋ ਵੀ ਮੁੰਡੇ ਨੂੰ ਆਈਫੋਨ ਜੇ ਚਾਹੀਦਾ ਸੀਗਾ, ਮੈਨੂੰ ਰਿਸਪੈਕਟ ਹੈ ਤੁਹਾਡੀ ਇਮਾਨਦਾਰੀ 'ਤੇ ਤੁਸੀਂ ਪੰਜਾਬ ਲਈ ਸਾਡੇ ਲਈ ਖੜ੍ਹਦੇ ਹੋ। ਤਾਂ ਮੇਰੀ ਜ਼ਿੰਦਗੀ ਦੀ ਪਹਿਲੀ ਕਮਾਈ ਦਾ ਫ਼ੋਨ ਮੈਂ ਤੁਹਾਨੂੰ ਭੇਜ ਰਿਹਾ, ਪਿਆਰ ਸਮਝ ਕੇ। ਤੇ ਲਵ ਯੂ। ਮੈਂ ਪਹਿਲਾਂ ਵੀ ਸ਼ਾਇਦ ਉਹ ਵੀਡੀਓ 'ਚ ਆਇਆ ਜਾਂ ਨਹੀਂ, ਮੈਂ ਪਹਿਲਾਂ ਵੀ ਕਿਹਾ, ਕਿਉਂਕਿ ਇਹ ਰੁਕ ਜਾਂਦੀ ਹੈ ਵੀਡੀਓ। ਤਾਂ ਉਹ ਵੀਰ ਵੀ ਮਾਣ ਕਰੇ, ਜੇ ਤੁਸੀਂ ਪੰਜਾਬ ਪੁਲਿਸ ਦੇ ਬੱਚੇ ਹੋ ਤਾਂ ਤੁਸੀਂ ਮਾਣ ਕਰੋ ਤੁਹਾਡੇ ਮਾਪਿਆਂ 'ਤੇ। ਤੁਹਾਡੇ ਘਰ ਦੇ ਸਾਡੀ ਸੇਵਾ ਲਈ ਹੈ, ਤੁਹਾਡੇ ਘਰ ਦੇ ਸਾਡੇ ਲਈ ਰਾਤਾਂ ਨੂੰ ਸੜਕਾਂ 'ਤੇ ਹੁੰਦੇ ਹੈ। ਕਿਤੇ ਨਾ ਕਿਤੇ ਜੇ ਆਪਾਂ ਸਾਰੇ ਪੰਜਾਬ ਦਾ ਇੰਨਾ ਕਰਨ ਲੱਗ ਗਏ, ਸਾਡਾ ਪੰਜਾਬ ਸੋਨੇ ਦੀ ਚਿੜੀ ਬਣ ਜਾਣਾ। ਫਿਰ ਤੋਂ ਉਹੀ ਪਿਆਰ ਸਾਡੇ 'ਚ ਏਕਾ ਤੁਸੀਂ ਦੇਖ ਰਹੇ ਹੋ ਕਿੰਨਾ ਇੱਕ ਹੈ ਅੱਜ ਪੰਜਾਬ 'ਚ। ਸਾਨੂੰ ਕਈ ਪਿੰਡਾਂ 'ਚ ਇੱਦਾਂ ਇਹ ਚੀਜ਼ ਚੱਲ ਰਹੀ ਹੈ ਕਿ ਕੁਛ ਘਰ ਜਿਹੜੇ ਉੱਥੇ ਰਹਿ ਰਹੇ ਆ, ਉਹ ਸਾਰੇ ਪਿੰਡ ਦੀ ਫਸਲ ਉਹ ਸਾਂਭ ਰਹੇ ਆ। ਕਿਸੇ ਰੇਹ ਸਪਰੇਅ ਕਰਨੀ ਆ ਉਹ ਕਰ ਰਹੇ ਆ ਕਿ ਤੁਸੀਂ ਦਿੱਲੀ ਬੈਠੋ, ਅਸੀਂ ਹੈਗੇ ਪਿੱਛੇ ਖੇਤੀ ਸਾਂਭਣ ਨੂੰ। ਇੰਨਾ ਪਿਆਰ ਮੇਰੀ ਉਮਰ 24-25 ਸਾਲਾਂ ਦੀ ਹੈ, ਹਜੇ ਮੈਂ ਜ਼ਿੰਦਗੀ 'ਚ ਨਹੀਂ ਦੇਖਿਆ ਕਿਤੇ ਇੰਨਾ ਏਕਾ। ਬਹੁਤ ਸ਼ੁਕਰਗੁਜ਼ਾਰ ਹਾਂ ਸਾਰਿਆਂ ਦਾ। ਤੇ ਮੈਂ ਪ੍ਰਸ਼ਾਸਨ ਨਾਲ ਵੀ ਗੱਲ ਕਰਦਾ ਜੀ, ਤਾਂ ਮੇਰਾ ਇਹ ਮੈਸੇਜ ਜ਼ਰੂਰ ਉਹਨਾਂ ਤਾਈਂ ਲਾਓ। ਸੰਗਰੂਰ ਜੇਲ੍ਹ ਨੂੰ ਭੇਜ ਰਹੇ ਹਾਂ ਜੀ ਅਸੀਂ, ਜਿਵੇਂ ਪ੍ਰਸ਼ਾਸਨ ਸਾਡੀ ਜ਼ਿੰਮੇਵਾਰੀ ਲਾਊਗਾ। ਜੇਲ੍ਹ 'ਚ ਰੋਟੀਆਂ ਪਕਾਉਣ ਵਾਲੀ ਮਸ਼ੀਨ, ਜੋ ਵੀ ਤੁਹਾਡੀ ਖੁਸ਼ੀ ਲਈ ਉਹ ਭੇਜ ਰਹੇ ਹਾਂ ਅਸੀਂ। ਤੇ ਇਹ ਤੋਹਫਾ ਵੀ ਮੈਂ ਮੇਰੇ ਵੀਰ ਨੂੰ ਭੇਜ ਰਿਹਾ। ਲਵ ਯੂ। ਇੱਦਾਂ ਹੀ ਡਟ ਕੇ ਖੜਨਾ ਆਪਾਂ ਦਬਣਾ ਨਹੀਂ। ਠੋਕ ਕੇ ਗਾਣੇ ਆਉਣਗੇ, ਠੋਕ ਆਉਣਗੇ। ਜੇਲ੍ਹ 'ਚ ਵੀ ਮੈਂ ਦੱਸ ਦਿਆਂ ਤੁਹਾਨੂੰ, ਘੱਟ ਤੋਂ ਘੱਟ 25-30 ਗਾਣੇ ਲਿਖੇ ਆਪਾਂ। ਮੈਂ ਨਾ ਗਾਣੇ ਠਾ ਗਾਣੇ ਆਉਣੇ ਆ, ਸਵਾਦ ਆਊਗਾ ਤੁਹਾਨੂੰ। ਕਿਸਾਨੀ 'ਤੇ ਗਾਣੇ ਆਉਣੇ ਆ, 2 ਲਿਖੀਆਂ ਆਪਾਂ ਫਿਲਮਾਂ, ਪਾਰ ਕੰਮ। ਕਿਉਂਕਿ ਮੈਨੂੰ ਬੜਾ ਹੋਇਆ ਪਿਆ ਸੀ ਕਈ ਦਿਨਾਂ ਦਾ ਨਾ, ਮੈਂ ਗਾਣੇ ਕਈ ਦਿਨਾਂ ਦਾ ਹੁੰਦਾ ਸੀ ਭੱਜ ਦੌੜ, ਉੱਥੇ ਫਿਰ ਕਿਸਾਨੀ 'ਤੇ ਗਾਣੇ ਲਿਖੇ ਆਪਾਂ, ਆਉਣਗੇ ਸੋਹਣੀਆਂ ਚੀਜ਼ਾਂ। ਕੋਈ ਚੱਕਰ ਨਹੀਂ, ਬਾਬਾ ਮਿਹਰ ਕਰੇ। ਚੰਗੇ ਮਾੜਾ ਟਾਈਮ ਹਰ ਬੰਦੇ 'ਤੇ ਆਉਂਦਾ, ਆਪਾਂ ਦਬਣਾ ਨਹੀਂ। ਹਰ ਚੀਜ਼ ਦੇ ਦੋ ਪਹਿਲੂ ਹੁੰਦੇ, ਜਾਂ ਉਹਨੂੰ ਬੁਰਾਈ 'ਚ ਲੈ ਜਾਓ ਜਾਂ ਚੰਗੇ 'ਚ ਲੈ ਜਾਓ। ਇਸ ਟਾਈਮ ਤੁਸੀਂ ਸਾਥ ਦਿੱਤਾ। ਇੱਕ ਮੈਂ ਵੀਰ ਦੀ ਵੀਡੀਓ ਦੇਖ ਰਿਹਾ ਸੀਗਾ, ਛੋਟਾ ਜਿਹਾ ਬੱਚਾ ਨਾਅਰੇ ਲਾ ਰਿਹਾ ਸੀਗਾ,
ਮੈਨੂੰ ਪਿਆਰ ਹੈ, ਰਿਸਪੈਕਟ ਹੈ ਤੁਹਾਡੇ ਲਈ ਦਿਲੋਂ। ਜਦੋਂ ਤੁਸੀਂ ਇੰਨਾ ਪਿਆਰ ਕਰਦੇ ਹੋ, ਕਿਤੇ ਨਾ ਕਿਤੇ ਸਾਡੀਆਂ ਜ਼ਿੰਮੇਵਾਰੀਆਂ ਵੱਧ ਜਾਂਦੀਆਂ, ਮੈਨੂੰ ਇਹ ਹੈ ਕਿ ਮੈਂ ਤੁਹਾਡੀਆਂ ਸੋਚਾਂ ਤੇ ਤੁਹਾਡੀਆਂ ਗੱਲਾਂ ਤੇ ਖਰਾ ਉਤਰਾਂ। ਤੇ ਲਵ ਯੂ ਹੈ ਜੀ, ਲਵ ਯੂ। ਬਾਕੀ ਕਿਸਾਨੀ ਜਥੇਬੰਦੀਆਂ